ਸਤਨਾਮ ਵਾਹਿਗੁਰੂ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਨ ਹਾਰ ਦਇਆਲਾ। ਨਾਨਕ ਘਰ ਕੇ ਗੋਲੇ। ਧੰਨ ਵਾਹਿਗੁਰੂ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹੱਲਾ ਨੌਵਾਂ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰਿ ਭਜਨ, ਜੀਵਨ ਕਉਨੇ ਕਾਮ। ਪ੍ਰਾਨੀ ਰਾਮ ਨ ਚੇਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਹਰਿ ਭਜਨ ਬਿਨ, ਭਰਤ ਤਾਹੀਂ ਜਮ ਫੰਦ। ਪ੍ਰਾਨੀ ਰਾਮ ਨ ਚੇਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਹਰਿ ਭਜਨ ਬਿਨ, ਭਰਤ ਤਾਹੀਂ ਜਮ ਫੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ, ਜੋ ਸਾਡੇ ਸਮੁੱਚੀ ਮਾਨਵਤਾ ਲਈ ਸਦੀਵ ਕਾਲ ਤੇ ਦੋ ਜਹਾਨਾਂ ਦਾ ਸੁੱਖ ਦਾ ਸੁਨੇਹਾ ਲੈ ਕੇ ਆਏ। ਸਦਾ ਸਦਾ ਲਈ ਸਾਡੇ ਸਾਹਮਣੇ ਉਹ ਬਚਨ ਦਰਗਾਹੀ ਬਿਰਾਜਮਾਨ ਕੀਤੇ, ਜਿਨ੍ਹਾਂ ਗੁਰੂ ਕੇ ਬਚਨਾਂ ਤੋਂ ਲੱਖਾਂ ਹੀ ਰੂਹਾਂ ਦਾ ਭਲਾ ਹੋਇਆ, ਹੋ ਰਿਹਾ ਤੇ ਹੁੰਦਾ ਰਹੇਗਾ। ਹਜ਼ੂਰ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਨੇ ਅੱਜ 30 ਨੰਬਰ ਤੇ 31 ਨੰਬਰ ਸ਼ਲੋਕ ਹੈ, ਜਿਹਦਾ ਆਪਾਂ ਪਾਠ ਸਰਵਨ ਕੀਤਾ। ਅੱਜ ਮੇਰੇ ਸਤਿਗੁਰੂ ਜੀ ਹੁਕਮ ਕਰ ਰਹੇ ਨੇ, ਮਨ ਮਾਇਆ ਮੈਂ ਫਦ ਰਿਓ। ਫਦ ਕਹਿੰਦੇ ਨੇ ਫਸਣਾ, ਕਿਸੇ ਚੀਜ਼ 'ਚ ਬੰਨੇ ਜਾਣਾ, ਫਾਹੀ ਪੈ ਜਾਣੀ, ਕਾਬੂ ਆ ਜਾਣਾ। ਸਤਿਗੁਰੂ ਜੀ ਦਾ ਬਚਨ ਨੇ, ਮਨ ਜਿਹੜਾ ਹੈ ਨਾ, ਇਹ ਮਾਇਆ ਮੈਂ ਫਦ ਰਿਓ, ਮਾਇਆ ਵਿੱਚ ਪੂਰੀ ਤਰ੍ਹਾਂ ਫਸਿਆ ਪਿਆ ਹੈ। ਇਹਦਾ ਕੀ ਮਤਲਬ ਹੋਇਆ ਵੀ ਮਾਇਆ ਵਿੱਚ ਮਨ ਫਸਿਆ? ਮਾਇਆ ਨੇ ਕਿਹੜੀ ਚੀਜ਼ ਨਾਲ ਬੰਨਿਆ ਮਨ ਨੂੰ, ਜਾਂ ਮਨ ਕਿਵੇਂ ਮਾਇਆ ਦੇ ਕਾਬੂ ਵਿੱਚ ਆ ਜਾਂਦਾ ਹੈ, ਕਦੋਂ ਇਹ ਫਸਦਾ ਹੈ? ਸਤਿਗੁਰੂ ਜੀ ਕਿਰਪਾ ਕਰਕੇ ਅੱਜ ਬਚਨ ਸਮਝਾ ਰਹੇ ਨੇ। ਪਿਆਰਿਓ, ਜਰਾ ਇਹਨੂੰ ਸਮਝਣਾ। ਪਰਮਾਤਮਾ ਨੇ ਮਨੁੱਖਾ ਸਰੀਰ ਬਣਾ ਕੇ ਇਸ ਦੇ ਅੰਦਰ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਜਿਵੇਂ ਆਪਾਂ ਬੇਨਤ ਵਾਰੇ ਬਚਨ ਪੜ੍ਹਦੇ ਹਾਂ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਉ ਪੁਕਾਰ। ਕਿਧਰੇ ਸਤਿਗੁਰੂ ਜੀ ਆਖਦੇ, ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਵੀ ਅੰਦਰ ਹੀ ਪਰਮਾਤਮਾ ਖਜ਼ਾਨਾ ਬਣ ਕੇ ਬੈਠਾ। ਜਦੋਂ ਇਹ ਮਨ ਇਹ ਸਰੀਰ ਤੋਂ ਬਾਹਰ ਕੁਛ ਵੀ ਇਹ ਕਰਦਾ ਹੈ, ਉਹ ਸਾਰਾ ਦਾ ਸਾਰਾ ਕੁਝ ਮਾਇਆ ਦੀ ਪਕੜ ਵਿੱਚ ਤੇ ਉਹਦੇ ਕਾਬੂ ਆਉਣ ਵਾਲਾ ਕੰਮ ਹੈ। ਜਦੋਂ ਇਹ ਮਨ ਬਾਹਰੋਂ ਘੁੰਮ ਕੇ ਅੰਦਰ ਪਰਮਾਤਮਾ ਵੱਲ ਮੂੰਹ ਕਰ ਲਵੇ, ਫਿਰ ਇਹ ਆਜ਼ਾਦ ਹੈ, ਮਾਇਆ ਦੀ ਪਕੜ ਤੋਂ ਬਾਹਰ ਹੈ, ਮਾਇਆ ਦਾ ਗੁਲਾਮ ਨਹੀਂ ਬਣ ਸਕਦਾ, ਮਾਇਆ ਨੂੰ ਕਾਬੂ ਨਹੀਂ ਕਰ ਸਕਦੀ। ਪਰ ਇਹ ਆਪਣੇ ਅੰਦਰ ਮਨ ਨੂੰ ਰੱਖਣਾ ਸਾਡੇ ਵੱਸ ਦਾ ਰੋਗ ਨਹੀਂ। ਕੋਈ ਇਹੋ ਜਿਹਾ ਨਹੀਂ ਜਿਹੜਾ ਕਵੇ ਮੈਂ ਸਿਆਣਪ ਨਾਲ ਕਵਾਂਗਾ ਵੀ ਮਨ ਨੂੰ ਤੂੰ ਮੇਰੇ ਘਰ ਅੰਦਰ ਹੀ ਰਹੋ, ਕਿਉਂਕਿ ਖਾਲੀ ਅੰਦਰ ਕੀ ਕਰੇਗਾ। ਅੱਖਾਂ ਮੀਟਾਂਗੇ, ਨੀਂਦ ਆਏਗੀ, ਜ਼ੁਬਾਨ ਬੰਦ ਕਰਾਂਗੇ, ਇਹ ਕਹੇਗਾ ਤੂੰ ਬੈਠਾ ਰਹੋ, ਮੈਂ ਤੇ ਬਾਹਰ ਚੱਲਿਆ ਵਾਂ।
ਜਿੰਨੇ ਵੀ ਖਿਆਲ ਆਉਂਦੇ ਨੇ ਇਸ ਮਨ ਨੂੰ, ਇਸ ਸਰੀਰ ਤੋਂ ਪਰੇ ਦੇ ਹੁੰਦੇ ਨੇ, ਬਾਹਰ ਦੇ, ਤੇ ਬਾਹਰ ਨੂੰ ਇਕੱਠਿਆਂ ਕਰਨਾ ਚਾਹੁੰਦਾ ਹੈ। ਹੁੰਦਾ ਕੀ ਹੈ, ਜੋ ਕੁਛ ਬਾਹਰ ਪਿਆ ਨਾ ਇਸ ਦੁਨੀਆ ਦੇ ਅੰਦਰ, ਉਹ ਹਰ ਚੀਜ਼ ਬੰਧਨ ਹੈ। ਹਰ ਚੀਜ਼ ਸਾਡੇ ਲਈ ਫਾਈ ਸਾਬਤ ਹੁੰਦੀ ਹੈ। ਪਰ ਜੇ ਇਹੀ ਮਨ ਗੁਰੂ ਸ਼ਬਦ ਨਾਲ ਅੰਦਰ ਜੁੜ ਜਾਵੇ ਤੇ ਬਾਹਰ ਜਿੰਨਾ ਕੁਝ, ਇਹ ਸਾਰਾ ਕੁਝ ਬੰਧਨ ਨਹੀਂ, ਇਹ ਸਾਡੀ ਸੇਵਾ ਵਾਸਤੇ ਹਾਜ਼ਰ ਹੋਏਗਾ। ਮਹਾਰਾਜ ਹੁਕਮ ਕਰਦੇ ਨੇ, ਉਹੀ ਬਚਨ ਇੱਕ ਜਗ੍ਹਾ 'ਤੇ ਕਹਿੰਦੇ ਪਈ, ਮਾਤਾ ਪਿਤਾ ਸਭ ਕੁਛ ਬੰਧਨ ਨੇ, ਧੀਆਂ ਪੁੱਤਰ ਪੈਸਾ ਸਭ ਕੁਛ ਬੰਧਨ ਨੇ। ਪਰ ਦੂਜੇ ਪਾਸੇ ਆਪ ਹੁਕਮ ਕਰਦੇ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਰੱਬ ਨੇ ਇਹ ਸੰਬੰਧ ਬਣਾਏ ਨੇ, ਪਰ ਇਹ ਰੱਬ ਨੇ ਕਿਉਂ ਬਣਾਏ ਨੇ? ਇੱਕ ਤਾਂ ਵੇ ਨਾ ਲੈਣ ਦੇਣ, ਅਤੇ ਦੂਸਰਾ ਇਹਨਾਂ ਦੇ ਰਾਹੀਂ ਇਹ ਸਾਡੀ ਸੇਵਾ ਵਿੱਚ, ਸਰੀਰ ਦੀ ਪਾਲਣਾ ਲਈ ਉਹਦੀ ਖੇਡ ਰਚੀ ਸੇਵਾਦਾਰ ਬਣਦੇ ਨੇ। ਮੈਂ ਬੇਨਤੀ ਕਰਾਂ, ਹੁਣ ਜਦੋਂ ਬਾਹਰ ਅਸੀਂ ਜਿਸ ਵੀ ਚੀਜ਼ ਨੂੰ ਹੱਥ ਪਾਵਾਂਗੇ, ਉਹ ਬੰਧਨ ਕਿਵੇਂ ਬਣਦੀ ਏ? ਅੰਦਰ ਫੁਰਨਾ ਉੱਠਿਆ, ਮੇਰੇ ਕੋਲ ਆਮਦਨ ਨਹੀਂ, 2 ਵਕਤ ਦੀ ਰੋਟੀ ਜੋਗਾ ਪੈਸਾ ਰੱਬ ਦੇ ਦੇਵੇ ਤੇ ਮੈਂ ਬਹੁਤ ਖੁਸ਼ ਹੋਵਾਂਗਾ। ਸਬੱਬ ਬਣਦਾ 2 ਵਕਤ ਦੀ ਰੋਟੀ ਮਿਲਣੀ ਸੌਖੀ ਹੋ ਜਾਂਦੀ ਏ, ਜਿਹੜੀ ਪਹਿਲਾਂ ਨਹੀਂ ਸੀ। ਇੱਕਦਮ ਇਸ ਮਾਇਆ ਨੇ ਮਨ ਦੇ ਅੰਦਰ ਖਿਆਲ ਪਾ ਕੇ ਉਹਨੂੰ ਪਕੜ ਲਿਆ ਵੀ 2 ਵਕਤ ਦੀ ਰੋਟੀ ਕੀ, ਤੇ ਸਾਰੇ ਲੋਕਾਂ ਦੇ ਇਹੋ ਜਿਹਾ ਮੈਨੂੰ ਹੋਰ ਮਾਇਆ ਚਾਹੀਦੀ, ਇੱਦਾਂ ਦਾ ਘਰ ਉਹ ਮਿਲ ਜਾਏਗੀ। ਉਸੇ ਵਕਤ ਹੀ ਅਗਲੀ ਤ੍ਰਿਸ਼ਨਾ ਜਾਗ ਜਾਏਗੀ। ਇਹਨੂੰ ਮਹਾਂਪੁਰਖ ਲੋਕ ਕਹਿੰਦੇ ਨੇ, ਬਾਹਰ ਦੁਨੀਆ ਦੀ ਤੁਲਨਾ ਕਰਦੇ ਨੇ ਨਿਰੀ ਅੱਗ ਨਾਲ, ਆਤਿਸ਼ ਦੁਨੀਆ। ਅਸੀਂ ਸਮਝ ਬੈਠੇ ਹਾਂ ਦੁਨੀਆ ਨੂੰ ਪਾਣੀ, ਵੀ ਬਸ 2 ਵਕਤ ਦੀ ਰੋਟੀ ਮਿਲ ਗਈ, ਫਿਰ ਪਾਣੀ ਹੈ, ਮੇਰੀ ਅੰਦਰਲੀ ਖਾਸ ਜਿਹੜੀ ਹੈ ਉਹ ਸਦਾ ਲਈ ਤ੍ਰਿਪਤ ਹੋ ਜਾਏਗੀ, ਮੈਂ ਸ਼ਾਂਤ ਹੋ ਜਾਣਾ ਹੈ। ਇੰਨਾ ਕੁ ਪੈਸਾ ਆ ਗਿਆ, ਜਾਂ ਮੈਨੂੰ ਇਹ ਕੋਈ ਕੁਰਸੀ ਮਿਲ ਗਈ, ਜਾਂ ਇੰਨੀ ਕੁ ਸ਼ੋਹਰਤ ਹੈ। ਹੁੰਦਾ ਬਿਲਕੁਲ ਉਲਟੇ। ਅਸੀਂ ਪਾਣੀ ਸਮਝ ਕੇ ਉਹਨੂੰ ਪ੍ਰਾਪਤ ਕਰਕੇ ਬੁਝਾਉਣਾ ਚਾਹੁੰਦੇ ਹਾਂ। ਜਿੰਨੀਆਂ ਚੀਜ਼ਾਂ, ਪੈਸਾ, ਕੁਰਸੀ, ਸ਼ੋਹਰਤ, ਕੁਝ ਵੀ ਬਾਹਰ ਵਧੇ, ਓਨੀ ਇਹ ਅੱਗ ਹੋਰ ਭੜਕ ਖਲੋਂਦੀ ਏ। ਅੰਦਰ ਹੋਰ ਓਨੀਆਂ ਖਾਸ਼ਾਂ ਉੱਠਦੀਆਂ ਨੇ। ਜੇ 100 ਏ ਤੇ 1000 ਦੀ, ਫਿਰ 1000 ਏ ਤੇ ਕਈ ਹਜ਼ਾਰ, ਫਿਰ ਲੱਖਾਂ ਦੀ, ਫਿਰ ਕਰੋੜਾਂ ਦੀ, ਫਿਰ ਅਰਬਾਂ ਖਰਬਾਂ ਦੀ, ਉਹ ਵੀ ਖੋ ਜਾਣ। ਫਿਰ ਸ਼ੋਹਰਤਾਂ ਭਾਲਦੇ ਹਾਂ, ਪਾਲਦੇ ਪਾਲਦੇ ਇੱਕ ਦਿਨ ਬੰਦਾ ਮੁੱਕ ਜਾਂਦਾ। ਸਾਹਿਬ ਕਹਿੰਦੇ, ਇਹਨੂੰ ਅਸੀਂ ਕਹਿ ਰਹੇ ਹਾਂ ਵੀ ਮਨ ਮਾਇਆ ਮੈਂ ਫੱਦ ਰਹੇ ਹੋ। ਇਸ ਤਰ੍ਹਾਂ ਫੜਿਆ ਜਾਂਦਾ ਏ, ਉਸ ਬੰਧਨ ਵਿੱਚ ਆ ਗਿਆ। ਜਿਵੇਂ ਅੱਗ ਦਾ ਸੁਭਾਅ ਹੈ, ਕੋਈ ਆਖੇ ਵੀ ਅੱਗ ਬਲਣੋਂ ਨਹੀਂ ਹਟਦੀ, ਚਲੋ ਇਹਦੇ 'ਚ ਲੱਕੜਾਂ ਸੁੱਟੋ, ਇਹ ਰੱਜ ਹੀ ਲਵੇ, ਜਿੰਨਾ ਨੇ ਬਲ ਲਵੇ, ਅੱਗ ਕਦੇ ਰੱਜਦੀ ਨਹੀਂ। ਬੰਦੇ ਨੂੰ ਜਿੰਨਾ ਮਰਜ਼ੀ ਇਸ ਨੂੰ ਛਕਣ ਨੂੰ, ਇਕੱਠਾ ਕਰਨ ਨੂੰ ਦੇ ਦਿਓ, 4 ਚੁਫੇਰੇ ਸੋਨੇ ਦੇ ਮਹਿਲ ਬਣਾ ਦਿਓ, ਸੋਨੇ ਦੀ ਧਰਤੀ ਬਣਾ ਦਿਓ, ਆਕਾਸ਼ ਵੱਲ ਲਾ ਦਿਓ, ਇਸ ਦੀ ਅੱਗ ਬੁਝਣੀ ਨਹੀਂ, ਸਗੋਂ ਅੱਗ ਵਧਣੀ ਹੈ। ਜਿਹੜੀ ਚੀਜ਼ ਹੈ ਹੀ ਅੱਗ, ਉੱਥੇ ਸ਼ਾਂਤੀ ਕਿਵੇਂ ਆਏਗੀ? ਉੱਥੇ ਟਿਕਾਊ ਕਿਵੇਂ ਆਏਗਾ? ਉੱਥੇ ਬੰਦਾ ਕਦੇ ਸੁਖੀ ਕਿਵੇਂ ਰਹਿ ਸਕਦਾ ਹੈ? ਸਾਹਿਬ ਕਹਿੰਦੇ, ਅੱਗ ਨੂੰ ਹੱਥ ਪਾ ਕੇ ਨਹੀਂ ਕੋਈ ਸ਼ਾਂਤ ਰਹਿ ਸਕਦਾ ਠੰਡਾ। ਪਾਣੀ ਨੂੰ ਹੱਥ ਪਾਓ, ਪਰ ਅਸੀਂ ਪਾਣੀ ਸਮਝ ਲਿਆ ਅੱਗ ਨੂੰ। ਸਾਡੀ ਦੇਖਣ ਦਾ ਪਿਆਰਿਓ ਢੰਗ ਬਦਲ ਗਿਆ ਹੈ, ਅਸੀਂ ਗਲਤ ਚੀਜ਼ ਨੂੰ ਹੱਥ ਪਾ ਲਿਆ। ਸਤਿਗੁਰੂ ਕਹਿੰਦੇ, ਜੇ ਪਾਣੀ ਪਾਣਾ ਹੀ ਨਾ ਤੇ ਨਾਮ ਦਾ ਪਾਣੀ ਪਾ, ਉਹਦੇ ਨਾਲ ਇਹ ਅੱਗ ਬੁਝੇਗੀ। ਬਾਹਰ ਜਿਤਨੇ ਵੀ ਖਿਆਲ ਆਉਣਗੇ ਪਿਆਰਿਓ, ਉਹ ਸਾਡੇ ਲਈ ਬੰਧਨ ਬਣਦੇ ਜਾਂਦੇ ਨੇ। ਪਰ ਹੁਣ ਸਵਾਲ ਇਹ ਹੈ ਭਈ, ਇਸ ਮਨ ਨੂੰ ਸਤਿਗੁਰੂ ਜੀ ਕਹਿੰਦੇ ਨੇ ਵੀ ਘਰ ਲਿਆਈਏ। ਸਤਿਗੁਰੂ ਜੀ ਗੁਰਬਾਣੀ ਵਿੱਚ ਬਚਨ ਬਹੁਤ ਵਾਰੀ ਕਰਦੇ ਨੇ ਵੀ ਮਨ ਨੂੰ ਘਰ ਲਿਆਓ, ਕਿਉਂਕਿ ਬਾਹਰ ਦੇ ਖਿਆਲ ਪਾਉਂਦਾ, ਬਾਹਰ ਲਿਜਾਂਦਾ, ਜਿੰਨੇ ਜਾਈਦਾ ਉਨੀਆਂ ਪਾਈਆਂ ਪਈਆਂ ਜਾਂਦੀਆਂ ਨੇ। ਸਤਿਗੁਰੂ ਜੀ ਇੱਕ ਜਗ੍ਹਾ 'ਤੇ ਬਚਨ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਦੀ ਮੁਬਾਰਕ ਰਸਨਾ ਤੋਂ ਬਚਨ ਨੇ। ਸਾਹਿਬ ਕਹਿੰਦੇ, ਕਹਾਂ ਚਲੋ ਮਨ ਰਹੋ ਘਰੇ। ਮਨਾ ਤੂੰ ਸਦਾ ਹੀ ਚੱਲਦਾ ਹੀ ਰਹਿਣਾ, ਕਿਧਰੇ ਨਾ ਕਿਧਰੇ ਬਾਹਰ, ਕਦੇ ਆਪਣੇ ਘਰ ਵੱਲ ਵੀ ਖਿਆਲ ਕਰ। ਬਾਹਰੋਂ ਵੀ ਜਿਹੜਾ ਕੋਈ ਬੱਚਾ, ਕੋਈ ਬੰਦਾ ਬਾਹਰ ਹੀ ਤੁਰਿਆ ਰਵੇ, ਘਰ ਵੱਲ ਧਿਆਨ ਨਾ ਦੇਵੇ, ਉਹਨੂੰ ਕਹਿੰਦੇ ਨੇ ਉਹ ਘਰ ਕਦੇ ਵੱਸਦਾ ਨਹੀਂ। ਅਤੇ ਜਿਹੜਾ ਮਨ ਪਿਆਰਿਓ ਸਦਾ ਹੀ ਸਾਨੂੰ ਬਾਹਰ ਚਲਾਈ ਫਿਰੇ, ਇਸ ਘਰ ਵੱਲ ਧਿਆਨ ਹੀ ਨਾ ਕਰੇ ਜਿੱਥੇ ਰੱਬ ਜੀ ਬੈਠੇ ਨੇ, ਜਿੱਥੇ ਸੁੱਖ ਲੈ ਕੇ ਬੈਠੇ,
ਜ਼ਿੰਦਗੀ ਦਾ ਮਨੋਰਥ ਪੂਰਾ ਕਰਨ ਲਈ ਬੈਠੇ, ਇਹਦਾ ਕੀ ਬਣੇਗਾ? ਕਹਿੰਦੇ ਇਹਨੂੰ ਕਹਿੰਦੇ ਤੂੰ ਘਰ ਆ। ਪਰ ਘਰ ਹੁਣ ਕਿਵੇਂ ਆਵੇ? ਇਹਨੇ ਗਿਆਨ ਨਾਲ ਨਹੀਂ ਆਉਣਾ, ਪੈਸੇ ਨਾਲ ਨਹੀਂ ਆਉਣਾ, ਕਿਸੇ ਡਾਕਟਰਾਂ ਦੀ ਦਵਾਈ ਨਾਲ ਨਹੀਂ ਆਉਣਾ, ਸਿਆਣਪ ਵੀ ਨਹੀਂ ਚੱਲਣੀ। ਤੇ ਕੀ ਕੀਤਾ ਜਾਵੇ? ਸਤਿਗੁਰੂ ਜੀ ਕਿਰਪਾ ਕਰਕੇ ਦੱਸਦੇ, ਗੁਰਮੁਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਿਜ ਖਰੇ। ਕਹਿੰਦੇ ਇੱਕੋ ਇੱਕ ਗੁਰੂ ਦੀ ਮੱਤ ਹੀ ਲਿਆ ਸਕਦੀ ਅੰਦਰ ਨੂੰ। ਗੁਰੂ ਦੀ ਮੱਤ ਮੀਨਿੰਗ ਗੁਰੂ ਕੋਲੋਂ ਨਾਮ ਲਈਦਾ, ਨਾਮ ਅੰਦਰ ਖੋਵੇ ਤੇ ਫਿਰ ਇਹ ਘਰ ਆਉਣਾ ਸ਼ੁਰੂ ਹੋਵੇਗਾ। ਖਾਲੀ ਨਾ ਅੰਦਰ ਰੱਖੀਏ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਸਦਾ ਹੀ ਜਦੋਂ ਕੋਈ ਮਹਾਰਾਜ ਜੀ ਦਾ ਕੋਈ ਸ਼ਬਦ ਹੁੰਦਾ, ਕੋਈ ਕੁੰਡੀ ਹੋਵੇ, ਉਹਦੀਆਂ ਵਾਰਾਂ 'ਤੇ ਕਵਿਤ ਪੜ੍ਹੋ ਉਹਨਾਂ ਦੀਆਂ, ਉਹ ਕੁੰਡੀਆਂ ਸਾਰੀਆਂ ਖੋਲ੍ਹ ਰੱਖੀ ਜਾਂਦੇ ਨੇ। ਉਹਨਾਂ ਨੂੰ ਜਦੋਂ ਸੁਣਿਆ ਨਾ ਵੀ ਸਤਿਗੁਰੂ ਜੀ ਦਾ ਬੱਚਾ ਨੇ, ਮਨ ਘਰ ਰਵੇ ਇਹ ਤਾਂ ਰੱਜੇਗਾ। ਤੇ ਉਹਨਾਂ ਨੇ ਬੜੇ ਪਿਆਰੇ ਦੇ ਵਾਸਤੇ ਬਚਨ ਵਿਆਖਿਆ ਵਿੱਚ ਕੀਤੀ ਹੈ। ਉਹ ਕਹਿੰਦੇ ਤੁਸੀਂ ਕਦੇ ਵੇਖਿਆ ਹੀ ਨਾ, ਪੰਛੀ ਜਿਹੜੇ ਹਨ ਉਹ ਆਲਣੇ ਵਿੱਚ ਦਿੰਦੇ ਆਂਡੇ ਦੇ ਕੇ ਪੰਛੀ ਚੋਗਾ ਚੁਗਣ ਚਲੇ ਜਾਂਦੇ, ਕਦੇ ਸੱਜੇ ਕਦੇ ਖੱਬੇ, ਇੱਧਰ ਉੱਧਰ। ਉਹ ਚੋਗਾ ਚੁਗਣਗੇ ਪਰ ਉਹਨਾਂ ਨੂੰ ਯਾਦ ਹੈ ਭਈ ਸਾਡੇ ਉਸ ਆਲਣੇ ਦੇ ਅੰਦਰ ਕੋਈ ਘੋਂਸਲਾ ਕਹਿੰਦਾ ਹੈ, ਕੋਈ ਆਲਣਾ ਕਹਿੰਦਾ ਹੈ, ਭਈ ਉਹਦੇ ਵਿੱਚ ਅੰਡੇ ਪਏ ਨੇ, ਮੈਂ ਉੱਥੇ ਜਾ ਕੇ ਬੈਠਣਾ ਹੈ, ਬੱਚਿਆਂ ਨੂੰ ਜਨਮ ਦੇਣਾ ਹੈ। ਉਹ ਚੋਗਾ ਬਾਹਰ ਚੁਗਣਗੇ ਪਰ ਆਂਡੇ ਖੋਣ ਤੇ ਉਹ ਸਾਰਾ ਦਿਨ ਉਹ ਖਿੱਚ ਬਣੀ ਰਹੇਗੀ, ਮੈਂ ਛੇਤੀ ਨਾਲ ਆਲਣੇ 'ਚ ਜਾਣਾ ਹੈ, ਕਿਉਂਕਿ ਉੱਥੇ ਕੋਈ ਚੀਜ਼ ਟਿਕੀ ਹੋਈ ਹੈ। ਭਾਈ ਸਾਹਿਬ ਕਹਿੰਦੇ ਘੋਂਸਲਾ ਮੈਂ ਅੰਡਾ ਤਜ ਉੜਤ ਆਕਾਸ਼ ਝਾਰੀ। ਸੰਧਿਆ ਸਮੇਂ ਅੰਡਾ ਖੇਤ ਚੇਤ ਫਿਰ ਆਵੇ। ਸ਼ਾਮਾਂ ਪੈਂਦੀਆਂ ਉਹ ਪੰਛੀ ਵਾਪਸ ਆਉਂਦੇ ਨੇ, ਉੱਥੇ ਬੈਠਦੇ ਨੇ। ਕੋਈ ਚੀਜ਼ ਸੀ ਨਾ, ਬੜਾ ਸੋਹਣਾ ਦੂਜਾ ਪ੍ਰਮਾਣ ਦਿੱਤਾ। ਕਹਿੰਦੇ ਤਿਰਿਆ ਤਿਆਗ ਸੁਤ ਜਾਤ ਬਨਖੰਡ ਵਿਖੇ। ਛੋਟਾ ਜਿਹਾ ਬੱਚਾ ਹੈ, ਮਾਂ ਉਹਨੂੰ ਘਰ ਛੱਡ ਗਈ। ਗੁਰੂ ਕੇ ਪਿਆਰਿਓ, ਪਰ ਉਹ ਬਾਹਰ ਕੰਮ ਕਾਰ ਕਰਨ ਗਈ ਏ, ਪਰ ਸਾਰਾ ਦਿਨ ਧਿਆਨ ਹੈ ਵੀ ਘਰ ਵਿੱਚ ਕੋਈ ਬੱਚਾ ਹੈ ਮੇਰਾ, ਉਹ ਕਿਸ ਤਰ੍ਹਾਂ ਹੋਵੇਗਾ? ਸੁਰਤੀ ਵਿੱਚ ਹੋ ਰਿਹਾ। ਸ਼ਾਮਾਂ ਪਈਆਂ, ਛੇਤੀ ਨਾਲ ਆਏ ਤੇ ਪੁੱਤਰ ਨੂੰ ਸੰਭਾਲਿਆ। ਸੁੱਤ ਕੀ ਸੁਰਤ ਗਰੇ ਆਏ ਸੁਖ ਭਾਵੇ। ਜੇ ਨਾ ਹੋਵੇ ਘਰ, ਬਾਹਰ ਹੀ ਤੁਰ ਰਹਿ ਗਈ 1 ਦਿਨ 2 ਦਿਨ 4 ਦਿਨ, ਪਰ ਕੋਈ ਘਰ ਬੱਚਾ ਹੈ ਤੇ ਉਹਨੂੰ ਖਿੱਚ ਪਾਈ ਰੱਖਦਾ ਹੈ। ਕਹਿੰਦੇ ਜਿਹੜਾ ਥੋੜ੍ਹਾ ਪਾਣੀ 'ਚ ਕਈਆਂ ਮੱਛੀਆਂ ਨਹੀਂ ਰੱਖੀਆਂ ਹੁੰਦੀਆਂ, ਜੈਸੇ ਜਲ ਕੁੰਡ ਕਰ ਛਾੜੀਏ ਤੇ ਜਲ ਚਰੀ। ਮੱਛੀ ਨੂੰ ਥੋੜ੍ਹੇ ਪਾਣੀ 'ਚ ਛੱਡਿਆ ਹੋਵੇ, ਉਹ ਆਪਣੀ ਮਰਜ਼ੀ ਨਾਲ ਅੰਦਰ ਸੈਰ ਸਪਾਟਾ ਕਰੇ, ਜਬ ਚਾਹੇ ਤਬ ਗਹਿ ਲੇਤ ਮਨ ਭਾਵੀ। ਜਦੋਂ ਚਾਹੀਏ ਉਹਦੇ 'ਚ ਪਕੜ ਸਕਦੇ ਹਾਂ, ਜੇ ਉਹਨਾਂ ਨੂੰ ਥੋੜ੍ਹੇ ਪਾਣੀ 'ਚ ਰੱਖਿਆ ਹੈ। ਭਾਈ ਸਾਹਿਬ ਕਹਿੰਦੇ ਤੈਸੇ ਚਿੱਤ ਚੰਚਲ ਭ੍ਰਮਤ ਹੈ ਚਤੁਰਕੁੰਟ, ਸਤਿਗੁਰ ਬੋਹਿਤ ਬੇਖੰਗ ਠਹਿਰਾਵੇ। ਆ ਜਿਹੜਾ ਮਨ ਚੰਚਲ ਸਦਾ ਹੀ ਤੁਰਿਆ ਫਿਰਦਾ ਬਾਹਰ, ਇਹਨੂੰ ਨਾ ਅੰਦਰ ਲਿਆਉਣ ਲਈ ਜਿਵੇਂ ਪੰਛੀ ਆਂਡੇ ਰੱਖਦੇ ਆਲਣੇ 'ਚ, ਮਾਂ ਦਾ ਛੋਟਾ ਜਿਹਾ ਪੁੱਤਰ ਘਰ ਵਿੱਚ ਹੋਵੇ, ਉਹ ਵਾਪਸ ਉਹਨੂੰ ਖਿੱਚ ਪਾਈ ਰੱਖਦਾ ਏ। ਮੱਛੀ ਥੋੜ੍ਹੇ ਪਾਣੀ 'ਚ ਹੋਵੇ, ਜਦੋਂ ਮਰਜ਼ੀ ਉਸ ਨੂੰ ਪਕੜ ਲਵੋ। ਇਸੇ ਤਰ੍ਹਾਂ ਕਹਿੰਦੇ ਅੰਦਰ ਗੁਰੂ ਕਾ ਸ਼ਬਦ ਰੱਖੋ। ਨਿਤਨੇਮ ਅੰਮ੍ਰਿਤ ਵੇਲੇ ਜਦੋਂ ਸੇ ਕਰਦਾ ਤੇ ਸਿਮਰਨ ਕਰਾਂਗੇ, ਸਾਰਾ ਦਿਨ ਕਿਰਤ ਵਿੱਚ ਜਾਵਾਂਗੇ, ਧੀਆਂ ਭੈਣਾਂ ਪਰਿਵਾਰ ਨੂੰ ਮਿਲਾਂਗੇ, ਕੰਮਕਾਰ ਕਰਾਂਗੇ, ਪਰ ਰਵੇਗੀ ਅੰਦਰ ਕੋਈ ਨਾ ਕੋਈ ਸ਼ਬਦ ਦੀ ਧੁਨੀ ਖਿੱਚ ਪਾਈ ਰੱਖੇਗੀ। ਕੋਈ ਅੰਦਰ ਹੈ। ਇਹ ਪਰਿਵਾਰ ਕਿਹਨੇ ਦਿੱਤਾ? ਪਰਮਾਤਮਾ ਨੇ। ਰੋਜੀ ਰੋਟੀ ਕਿਹਨੇ ਦਿੱਤੀ? ਜਿਹਦੀ ਮੈਂ ਸਵੇਰੇ ਸਿਮਰਨ ਕੀਤਾ ਏ, ਛੇਤੀ ਨਾਲ ਸ਼ਾਮ ਨੂੰ ਜਾ ਕੇ ਕਰਨਾ। ਕਾਹਲ ਹੋਏਗੀ, ਸ਼ਾਮਾਂ ਪਈਏ ਵਿਹਲੇ ਖੋਈਏ, ਫਿਰ ਘੜੀ ਸਿਮਰਨ ਕਰੀਏ। ਉਹ ਧੂਪ ਪੈਂਦੀ ਏ ਸੁਬਾਹ ਸ਼ਾਮ ਦੇ ਨਿਤਨੇਮ ਦੇ, ਫਿਰ ਨਿਤਨੇਮ ਤੋਂ ਅੱਗੇ ਸਿਮਰਨ ਦੇ ਰਾਹੀਂ ਫਿਰ ਇਹ ਧੂਪ ਆਉਂਦਾ ਅੰਦਰੋਂ ਹੀ ਮਨ ਨੂੰ। ਬੈਠਿਆਂ ਵੀ, ਕੰਮ ਕਾਰ ਕਰਦਿਆਂ ਵੀ ਉਹ ਗੁਰੂ ਕਾ ਸ਼ਬਦ ਜਿਉਂ ਕਮਾਵਾਂਗੇ, ਤਿਉਂ ਉਹ ਸ਼ਬਦ ਖਿੱਚ ਕੇ ਮਨ ਨੂੰ ਲਿਆਵੇਗਾ। ਅਸੀਂ ਸਿੱਧਾ ਨਹੀਂ ਲਿਆ ਸਕਦੇ। ਜਿਸ ਨੇ ਇਸ ਰਸਤੇ ਨੂੰ ਚੁਣਿਆ ਨਹੀਂ, ਉਹ ਜੋ ਮਰਜ਼ੀ ਕਹੀ ਜਾਵੇ, ਆਪਾਂ ਤੇ ਬੜੇ ਸੁਖੀ ਹਾਂ। ਸੁਖੀ ਨਹੀਂ ਉਹ ਹੁੰਦਾ, ਉਹ ਕੇਵਲ ਆਪਣੀ ਇਸ ਗਲਤੀ ਨੂੰ ਜਾਂ ਤੇ ਜਾਣਦਾ ਨਹੀਂ ਜਾਂ ਛੁਪਾਉਣਾ ਚਾਹੁੰਦਾ ਹੈ। ਅੰਦਰ ਕੇਵਲ ਸ਼ਬਦ ਨਾਲ ਹੀ ਟਿਕ ਸਕਦਾ ਹੈ। ਅੰਦਰ ਕੇਵਲ ਗੁਰੂ ਕੀ ਬਾਣੀ ਹੀ ਟਿਕਾ ਸਕਦੀ, ਉਹਦੇ ਤੋਂ ਇਲਾਵਾ ਇਹ ਮਨ ਨੇ ਘਰ ਆਉਣਾ ਹੀ ਨਹੀਂ ਹੈ। ਜਦੋਂ ਹੀ ਗੁਰੂ ਕੇ ਸ਼ਬਦ ਨੂੰ ਅਸੀਂ ਛੱਡਾਂਗੇ, ਬਾਕੀ ਜੋ ਕੁਝ ਵੀ ਅਸੀਂ ਕਰਾਂਗੇ ਉਹ ਸਾਰਾ ਕੁਝ ਮਾਇਆ ਦੀਆਂ ਫਾਹੀਆਂ ਨੇ।
ਮਹਾਰਾਜ ਜੀ ਨੇ ਬਚਨ ਬਿਲਕੁਲ ਸਾਫ਼ ਕਿਹਾ ਹੈ, ਮਨ ਮਾਇਆ ਮੈਂ ਫਦ ਰਿਓ। ਕਦੋਂ ਫਸਦਾ ਮਨ ਮਾਇਆ ਵਿੱਚ? ਜਦੋਂ ਬਿਸਰਿਓ ਗੋਬਿੰਦ ਨਾਮ। ਇਕੱਠੀ ਪੰਕਤੀ ਏ, ਮਨ ਮਾਇਆ ਮੈਂ ਫਦ ਰਿਓ ਬਿਸਰਿਓ ਗੋਬਿੰਦ ਨਾਮ। ਸਤਿਗੁਰੂ ਜੀ ਦਾ ਬਚਨ ਹੈ, ਜਦੋਂ ਨਾਮ ਵਿਸਰੇ ਉਦੋਂ ਇਹ ਜਿਹੜਾ ਮਨ ਹੈ ਇਹ ਮਾਇਆ ਦੀ ਘੇਰੇ ਵਿੱਚ ਆ ਜਾਂਦਾ ਹੈ। ਅਤੇ ਜੇ ਨਾਮ ਪੱਲੇ ਖੋਵੇ ਫਿਰ ਕੀ ਹੁੰਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਉਹ ਨਾਮ ਮਾਇਆ ਦੇ ਚੱਕਰ ਵਿੱਚ ਫਸਣ ਨਹੀਂ ਦਿੰਦਾ। ਪਿਆਰਿਓ, ਇੱਕ ਨਾ ਬੜੀ ਪਿਆਰੀ ਇੱਕ ਸਾਖੀ ਸੁਣਾਇਆ ਕਰਦੇ ਸੂਫੀਆਂ ਦੇ ਸਰਤਾਜ ਖੋਏ ਨੇ, ਬੜੇ ਪਿਆਰੇ ਪਿਆਰਿਓ, ਜਿਨ੍ਹਾਂ ਦੇ ਬੋਲ ਨਿਕਲੇ ਖੋਏ। ਸਾਰੇ ਲੋਕ ਅੱਜ ਤੱਕ ਗਾਉਂਦੇ ਨੇ, ਪਰ ਗਾਉਣ ਵਾਲੇ ਕਈ ਉਹਨਾਂ ਨੂੰ ਰੱਬ ਲਈ ਅਤੇ ਕਈ ਦੁਨੀਆਦਾਰੀ ਲਈ ਗਾਉਣ ਲੱਗ ਪਏ। ਮੇਰੇ ਕਹਿਣ ਤੋਂ ਮੁਰਾਦ ਬੁੱਲਾ ਸ਼ਾਹ ਤੋਂ। ਉਹਦੇ ਬੋਲਾਂ ਨੂੰ ਬਹੁਤ ਸਾਰੇ ਲੋਕ ਵੱਖਰੇ ਵੱਖਰੇ ਢੰਗ ਨਾਲ ਗਾਉਂਦੇ ਨੇ, ਧਰਮੀ ਵੀ ਅਤੇ ਆਮ ਲੋਕ ਵੀ। ਤੂੰ ਬੁੱਲਾ ਨਾ ਜਦੋਂ ਰੋਜ਼ਿਆਂ ਦੇ ਦਿਨ ਆਏ ਅਤੇ ਉਹਦੇ ਨਾਲ ਕਾਫੀ ਮੁਰੀਦ ਸਨ। ਬੁੱਲਾ ਕਹਿਣ ਲੱਗਾ, ਰੋਜ਼ੇ ਰੱਖਣ ਨਾਲ ਭੁੱਖੇ ਰਹਿਣ ਅੱਲਾਹ ਤਾਲਾ ਖੁਸ਼ ਨਹੀਂ ਹੁੰਦਾ। ਤੁਸੀਂ ਰੋਜ਼ ਦੀ ਤਰ੍ਹਾਂ ਪ੍ਰਸ਼ਾਦ ਬਣਾਓ, ਛਕੋ, ਛਕਾਓ। 7 ਬਚਨ। ਜਦੋਂ ਉਹਨਾਂ ਨੇ ਲੰਗਰ ਤਿਆਰ ਕੀਤਾ, ਜੋ ਭੋਜਨ ਸੀ, ਹੁਣ ਜਦੋਂ ਤਿਆਰ ਹੋਇਆ ਆਲੇ ਦੁਆਲੇ ਨੂੰ ਪਤਾ ਲੱਗਾ, ਸ਼ਿਕਾਇਤ ਚਲੀ ਗਈ। ਕੁਝ ਘੋੜ ਸਵਾਰ ਲੰਘੇ, ਉਹਨਾਂ ਵੇਖਿਆ ਵੀ ਇਹਨਾਂ ਨੇ ਤਾਂ ਰੋਜ਼ੇ ਨਹੀਂ ਰੱਖੇ, ਮਜ਼ੇ ਨਾਲ ਰੋਟੀ ਪਾਣੀ ਖਾਈ ਜਾ ਰਹੇ ਨੇ। ਤਾਂ ਉਹ ਬੜੇ ਹੈਰਾਨ ਪੁੱਛਿਆ ਉਹਨਾਂ ਨੇ ਮੁਰੀਦਾਂ ਨੂੰ, ਭਈ ਇਹ ਤੁਸੀਂ ਰੋਟੀ ਖਾ ਰਹੇ, ਤੁਹਾਨੂੰ ਪਤਾ ਨਹੀਂ ਇਹ ਰੋਜ਼ਿਆਂ ਦੇ ਦਿਨ ਨੇ? ਕਹਿਣ ਲੱਗੇ, ਪਤਾ ਏ, ਰੋਜ਼ਾ ਰੋਟੀ ਨਾਲ ਥੋੜ੍ਹਾ ਹੁੰਦਾ ਏ। ਝੂਠ ਬੋਲਣਾ ਛੱਡੀਏ, ਨਿੰਦਾ ਛੱਡੀਏ, ਪਾਪ ਕਰਨੇ ਛੱਡੀਏ। ਅਸੀਂ ਕੇਵਲ ਇੱਕ ਦਿਨ ਰੋਟੀ ਛਡਾਉਂਦੇ ਹਾਂ, ਸਾਡਾ ਤਾਂ ਮੁਰਸ਼ਿਦ ਕਹਿੰਦਾ ਲੋੜ ਨਹੀਂ। ਇਸ ਕਰਕੇ ਕਹਿਣ ਲੱਗੇ, ਅੱਛਾ ਤੁਸੀਂ ਸ਼ਰ੍ਹਾ ਦੀ ਉਲੰਘਣਾ ਕਰਦੇ ਹੋ? ਉਹਨਾਂ ਫਕੜ ਕੇ ਸਾਰਿਆਂ ਨੂੰ ਬੜਾ ਕੁੱਟਿਆ। ਕਹਿਣ ਲੱਗੇ, ਤੁਹਾਡਾ ਗੁਰੂ ਕੌਣ ਹੈ? ਕੌਣ ਹੈ ਤੁਹਾਡਾ ਪੀਰ? ਬੁੱਲੇ ਵੱਲ ਜਦੋਂ ਇਸ਼ਾਰਾ ਕੀਤਾ ਅਤੇ ਬੁੱਲਾ ਅੱਗੋਂ ਚੁੱਪ ਹੋ ਗਿਆ। ਉਹਨਾਂ ਪੁੱਛਿਆ 2-4 ਵਾਰੀ, ਉਹ ਬੋਲਦਾ ਨਹੀਂ। ਬੁੱਲੇ ਨੇ ਨਾ ਜ਼ੁਬਾਨ ਖੋਲ੍ਹੀ ਨਾ ਨੇਤਰ ਖੋਲ੍ਹੇ। ਉਹ ਖੱਪ ਖੁੱਪ ਕੇ ਚਲੇ ਗਏ। ਕਹਿਣ ਲੱਗੇ, ਖਰੇ ਕੌਣ ਪਾਗਲ ਜਾਂ ਕੋਈ ਮਸਤਾਨਾ ਜਾਂ ਬੈਠਾ ਬੋਲਦਾ ਹੀ ਨਹੀਂ ਹੈ। ਜਦੋਂ ਚਲੇ ਗਏ ਅਤੇ ਮੁਰੀਦ ਪੁੱਛਦੇ ਨੇ, ਅਸੀਂ ਉਹੀ ਕੰਮ ਕੀਤਾ, ਸਾਨੂੰ ਮਾਰ ਪਈ, ਜੇ ਤੁਸੀਂ ਕੀਤਾ ਤੁਹਾਨੂੰ ਕੁਝ ਵੀ ਨਹੀਂ ਖੋਇਆ। ਬੁੱਲਾ ਹੱਸ ਕੇ ਕਹਿਣ ਲੱਗਾ, ਤੁਹਾਨੂੰ ਕਿਹਾ ਸੀ ਇਹ ਰਸਤਾ ਹੈ ਅੰਦਰ ਰਹਿਣ ਦਾ, ਅੱਲਾ ਨਾਲ ਪਿਆਰ ਕਰਨ ਦਾ। ਤੁਸੀਂ ਤੇ ਸਿਆਣੇ ਬਣ ਗਏ, ਤੁਸੀਂ ਬਾਹਰ ਨਿਕਲ ਗਏ, ਦਲੀਲਾਂ ਦਿੱਤੀਆਂ, ਬਾਹਰ ਬੋਲੇ ਜੇ, ਬਾਹਰ ਗਏ ਹੋ ਅਤੇ ਮਾਰ ਪਈਏ। ਜੇ ਮੇਰੇ ਵਾਂਗੂ ਅੰਦਰ ਹੀ ਰਹਿੰਦੇ ਉਸ ਸਾਈਂ ਦੇ ਯਾਦ ਕੋਲ, ਨਾਮ ਕੋਲ, ਤੇ ਕਦੇ ਮਾਰ ਨਹੀਂ ਸੀ ਪੈਣੀ। ਬਿਲਕੁਲ ਸਧਾਰਨ ਜੀ ਗੱਲ ਹੈ, ਪਰ ਸਮਝਣ ਲਈ ਜਦੋਂ ਇਹ ਸਾਡਾ ਮਨੁਆ ਸਾਨੂੰ ਅੰਦਰ ਸ਼ਬਦ ਤੋਂ ਖਟਾ ਕੇ ਕਿਧਰੇ ਵੀ ਬਾਹਰ ਲਿਜਾਏਗਾ, ਸਿਆਣਾ ਬਣੇ, ਸੂਝਵਾਨ ਬਣੇ, ਉਹਦੇ ਬਦਲੇ ਮਾਰ ਪੈਂਦੀ ਪੈਂਦੀ। ਕਦੋਂ ਖੱਟਦੀ ਏ? ਜੇ ਉਹਦੇ ਨਾਲ ਜੁੜ ਕੇ ਰਹੀਏ। ਸਤਿਗੁਰੂ ਜੀ ਦਾ ਇੱਕ ਜਗ੍ਹਾ ਬਚਨ ਨੇ ਨਾ, ਸਾਹਿਬ ਕਹਿੰਦੇ ਨੇ, ਚੱਕੀ ਵਿੱਚ ਦਾਣੇ ਪਾਈ ਦੇ ਨੇ, ਸਾਰਿਆਂ ਨੂੰ ਪੀਸ ਦੇਣ ਦੀ ਦਾਲ ਬਣ ਜਾਂਦੀ, ਦਾਲ ਹੋਰ ਬਰੀਕ ਆਟਾ ਬਣਦਾ, ਪਰ ਉਹਨਾਂ ਹੀ 2 ਪੁੜਾਂ ਵਿੱਚ ਜਿਹੜੇ ਦਾਣੇ ਕਿੱਲੀ ਨਾਲ ਲੱਗੇ ਰਹਿ ਜਾਣ, ਉਹਨਾਂ ਨੂੰ ਕੁਝ ਵੀ ਨਹੀਂ ਖੁੰਦਾ। ਸਤਿਗੁਰੂ ਜੀ ਕਹਿੰਦੇ, ਜੇ ਮਨ ਨੂੰ ਬਚਾਉਣਾ ਨਾ ਮਾਇਆ ਦੇ ਫਸਣ ਤੋਂ, ਭਈ ਇਹਦੀ ਮਾਰ ਨਾ ਪਵੇ, ਜਿਉਂਦਿਆਂ ਵੀ ਸੁਖੀ ਰਹੀਏ, ਦੁੱਖਾਂ ਦੀ ਮਾਰ ਨਾ ਪਵੇ, ਮਰਨ ਤੋਂ ਬਾਅਦ ਜਮਦੂਤਾਂ ਦੀ ਮਾਰ ਨਾ ਪਵੇ, ਅਤੇ ਫਿਰ ਤੁਸੀਂ ਉਹ ਮਹਾਰਾਜ ਜੀ ਦੇ ਸ਼ਬਦ ਦੀ ਕਿੱਲੀ ਨਾਲ ਜੁੜ ਕੇ ਰਹੋ। ਜਿਉਂ ਨਹੀਂ ਨਾ ਜੁੜੇ ਅਤੇ ਸਾਹਿਬ ਅੱਜ ਕਹਿੰਦੇ ਨੇ, ਕਹੋ ਨਾਨਕ ਬਿਨ ਖਾਰ ਭਜਨ ਜੀਵਨ ਕੌਣੇ ਕਾਮ। ਨਿਰੰਕਾਰ ਦੀ ਸਿਮਰਨ ਤੋਂ ਬਗੈਰ ਇਹ ਜੀਵਨ ਕਿਸੇ ਕੰਮ ਦਾ ਨਹੀਂ ਜੇ। ਅਤੇ ਮੈਂ ਇੱਕ ਹੋਰ ਬੇਨਤੀ ਕਰਾਂ, ਕੇਵਲ ਅਤੇ ਕੇਵਲ ਬੰਦਾ ਬਾਹਰ ਮਾਇਆ 'ਚ ਫਸਦਾ ਹੀ ਨਹੀਂ। ਜਿਉਂ-ਜਿਉਂ ਬਾਹਰ ਕਿਸੇ ਕੋਲ ਪੈਸਾ ਵਧੇ, ਸ਼ੋਹਰਤ ਵਧੇ, ਉਹਦੇ ਕੋਲ ਬਾਹਰਲਾ ਪਸਾਰਾ ਜ਼ਮੀਨ ਜਾਇਦਾਦ ਵਧੇ, ਕੀ ਹੁੰਦਾ? ਉਹਦੇ ਵਿੱਚ ਨਾਲ ਫਿਰ ਬੰਦਾ ਹੰਕਾਰ ਕਰਦਾ ਹੈ, ਮਾਣ ਕਰਦਾ। ਪ੍ਰਾਣੀ ਰਾਮ ਨਾ ਚੇਤਈ, ਮਦ ਮਾਇਆ ਕੈ ਅੰਧ। ਅੰਨਾ ਹੀ ਹੋ ਜਾਂਦਾ ਹੈ। ਮਦ ਨਸ਼ਾ, ਮਾਇਆ ਨਸ਼ਾ ਚੜ੍ਹਾ ਦਿੰਦੀ। ਬੰਦਾ ਬੰਦੇ ਨੂੰ ਕੁਝ ਸਮਝਦਾ ਹੀ ਨਹੀਂ, ਆਪਣੇ ਤੋਂ ਛੋਟੇ ਨੂੰ। ਗੁਰੂ ਪੀਰਾਂ ਨੂੰ ਮਖੌਲ ਕਰੇਗਾ, ਰੱਬ ਦਾ ਮਖੌਲ ਉਡਾਵੇਗਾ, ਉਹ ਕੀ ਮੇਰਾ ਕਰ ਲਵੇਗਾ। ਨਸ਼ਾ ਚੜ੍ਹਦਾ, ਨਸ਼ਾ।
ਪਿਆਰਿਓ, ਇੱਕ ਤੇ ਬਾਹਰਲਿਆਂ ਨਸ਼ੇ ਬੰਦੇ ਪੀਂਦੇ ਨੇ ਨਾ, ਕੋਈ ਸ਼ਰਾਬਾਂ ਦੇ, ਕੋਈ ਸੁੱਖੇ ਦੇ, ਕੋਈ ਕਈ ਡਰੱਗਾਂ ਨੇ। ਉਹ ਨਸ਼ਾ ਵੀ ਨੁਕਸਾਨ ਕਰਦਾ ਸਰੀਰਾਂ ਦਾ। ਉਹਦਾ ਕੋਈ ਸਮਾਂ ਉਤਰ ਜਾਏਗਾ, ਉਹਨੂੰ ਫਿਰ ਪੀਣਾ ਪੈਂਦਾ, ਫਿਰ ਉਤਰਦਾ ਹੈ। ਪਰ ਜਿਨ੍ਹਾਂ ਨੂੰ ਮਾਇਆ ਦੇ ਨਸ਼ੇ ਚੜ੍ਹ ਗਏ, ਇਹ ਤਾਂ ਪਤਾ ਨਹੀਂ ਕਈ ਜਨਮਾਂ ਤੱਕ ਇਹ ਦੁੱਖ ਸਾਨੂੰ ਦਿਵਾਉਂਦਾ ਨਸ਼ਾ। ਇਹ ਕਿਸੇ ਨੂੰ ਨਾ ਕਦੇ ਭੁੱਲ ਕੇ ਚੜ੍ਹੇ। ਉਹਦੀ ਦਾਤ ਤੇ ਰੱਬ ਦੀ। ਇਹਦਾ ਨਸ਼ਾ ਕਾਹਦਾ, ਉਹ ਅੱਜ ਦਿੱਤਾ ਕੱਲ੍ਹ ਨੂੰ ਖੋ ਵੀ ਸਕਦਾ। ਜਵਾਨੀ ਦਾ ਨਸ਼ਾ ਹੋਵੇ, ਪੈਸੇ ਦਾ ਖੋਵੇ, ਸ਼ੋਹਰਤ ਦਾ ਖੋਵੇ। ਅਸੀਂ ਵੇਖਿਆ ਹੈ ਨਾ, ਇਹ ਜਦੋਂ ਜਾਂਦੀਆਂ ਨੇ ਚੀਜ਼ਾਂ ਤੇ ਫਿਰ ਬੰਦਾ ਜਿਹੜਾ ਕੱਲ੍ਹ ਤੱਕ ਐਨ ਤੁਰਦਾ ਸੀ, ਉਹਦੇ ਧਰਤੀ 'ਤੇ ਪੈਰ ਨਹੀਂ ਲੱਗਦੇ, ਫਿਰ ਉਹ ਰੋਂਦਾ ਨਹੀਂ ਥੱਕਦਾ। ਸਤਿਗੁਰੂ ਜੀ ਕਹਿੰਦੇ ਜੇ ਗੁਰੂ ਸ਼ਬਦ ਨਾਲ ਜੁੜ ਕੇ ਰਹੀਏ ਤੇ ਮਾਇਆ ਤੇ ਘਰ ਆਏਗੀ, ਪਰ ਮਾਇਆ ਦਾ ਨਸ਼ਾ ਨਹੀਂ ਆਏਗਾ। ਮਾਇਆ ਵਿੱਚ ਰਹੋਗੇ ਪਰ ਮਾਇਆ ਦੇ ਫੰਦੇ ਵਿੱਚ ਨਹੀਂ ਕਦੇ ਫਸੋਗੇ। ਕੌਣ ਬਚਾਏਗਾ? ਗੁਰੂ ਕਾ ਸ਼ਬਦ। ਸਾਹਿਬ ਕਹਿੰਦੇ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਈਂ ਜਮ ਫੰਦ। ਜੇ ਸਿਮਰਨ ਨਹੀਂ ਤੇ ਫਿਰ ਜਮਾਂ ਦੀਆਂ ਫਾਹੀਆਂ ਤਿਆਰ ਨੇ। ਤੇ ਜੇ ਸਿਮਰਨ ਕੋਲ ਹੈ ਤੇ ਸਿਮਰਨ ਨੇ ਕਦੇ ਵੀ ਗੁਰੂ ਕੇ ਪਿਆਰਿਓ ਫਿਰ ਇਹ ਬਾਹਰ ਨਾ ਤਾਂ ਇੱਥੇ ਫਸਣ ਦੇਣਾ, ਗੁਲਾਮ ਬਣਨਾ ਨਾ, ਕਿਸੇ ਨੂੰ ਕੈਦ ਕਰਨਾ। ਅਸੀਂ ਆਪ ਹੀ ਆਪਣੇ ਆਪ ਹੀ ਮਾਇਆ ਦੀ ਕੈਦ ਵਿੱਚ ਪੈ ਕੇ ਫਿਰ ਦੁਖੀ ਹੁੰਦੇ ਹਾਂ। ਕਹਿੰਦੇ ਹਾਂ ਬੜੇ ਔਖੇ ਹਾਂ। ਨਾਲੇ ਸੱਚ ਸਾਡੀ ਜ਼ੁਬਾਨ ਤੋਂ ਨਿਕਲਦਾ। ਕਹਿੰਦੇ ਹਾਂ ਰੱਬ ਦਾ ਦਿੱਤਾ ਪੈਸਾ ਵੀ ਬੜਾ ਏ, ਬੜੇ ਲੋਕ ਚਾਰ ਚਫੇਰੇ ਖਲੋਂਦੇ ਖਾਣ, ਲੋਕਾਂ 'ਚ ਇੱਜ਼ਤ ਮਾਣ, ਪਰ ਮੈਂ ਅੰਦਰੋਂ ਬੜਾ ਦੁਖੀ ਜੇ। ਉਹ ਕਾਹਦਾ ਸੁੱਖ? ਅੰਦਰ ਤੇ ਅੱਗ ਬਲਦੀ। ਬਾਰ ਹੀ ਨਾ ਜਿਹੜਾ ਸੁੱਖ ਦਿਸਦਾ ਸੀ, ਪਾਣੀ ਨਹੀਂ ਸੀ, ਉਹ ਅੱਗ ਏ। ਅੰਦਰ ਨੂੰ ਕਿਵੇਂ ਸੁਖੀ ਕਰਨਾ ਹੈ, ਉਹ ਸਾਹਿਬ ਕਹਿੰਦੇ ਗੁਰੂ ਕਾ ਸ਼ਬਦ ਕਰੇਗਾ। ਤੇ ਸਤਿਗੁਰੂ ਜੀ ਕਿਰਪਾ ਕਰੋ, ਅਸੀਂ ਤੇ ਪਾਠ ਸਿਮਰਨ ਕਰਦੇ ਹਾਂ ਤੇ ਤਾਂ ਵੀ ਅੰਦਰ ਅਜੇ ਸ਼ਾਂਤ ਨਹੀਂ ਹੋ ਰਿਹਾ। ਸਾਨੂੰ ਕੀ ਕਰਨਾ ਚਾਹੀਦਾ? ਤੇ ਸਤਿਗੁਰੂ ਜੀ ਨਾ ਅਨੇਕਾਂ ਤਰੀਕਿਆਂ 'ਚ ਇੱਕ ਤਰੀਕਾ ਜਿਹੜਾ ਬਾਰ ਦੱਸਦੇ ਨੇ ਜੁਗਤੀ, ਉਹ ਹੈ ਸਤਿਗੁਰੂ ਕਹਿੰਦੇ ਗਾਓ ਗੁਰਬਾਣੀ। ਗਾਉਣ ਦੀ ਬੜੀ ਮਹਾਨਤਾ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਪਰ ਮਹਾਰਾਜ ਜੀ ਨੂੰ ਕਿੰਨਾ ਫਿਕਰ ਹੈ ਸਾਡਾ। ਕਹਿੰਦੇ ਅਸੀਂ ਤੁਹਾਨੂੰ ਕਹਿ ਗਾਓ ਤਾਂ ਤੁਸੀਂ ਇਹ ਪੁੱਛੋਗੇ ਵੀ ਗਾਣਾ ਕਿਹਨੂੰ ਹੈ, ਕੋਈ ਵੀ ਗੀਤ ਗਾ ਲਓਗੇ? ਨਹੀਂ, ਸਾਹਿਬ ਆਖਦੇ ਨੇ ਪਹਿਲਾਂ ਤਾਂ ਬਚਨ ਕਰਦੇ ਨਾ, ਗਾਵੀਐ ਸੁਣੀਏ ਮਨ ਰੱਖੀਏ ਪਾਉ ਵੀ ਗਾਓ। ਪਰ ਇਹ ਮਨ ਇਹਦੇ ਅਰਥ ਕੁਝ ਹੋਰ ਵੀ ਕਰ ਸਕਦਾ ਵੀ ਕਿਹਨੂੰ ਇਕੱਲਾ ਗਾਉਣਾ ਹੀ ਕਿਹਾ ਨਾ ਮਹਾਰਾਜ ਜੀ ਨੇ, ਇਹ ਤੇ ਨਹੀਂ ਕਿਹਾ ਵੀ ਕਿਹਨੂੰ ਗਾਉਣਾ। ਸਾਹਿਬ ਕਹਿੰਦੇ ਨਾਨਕ ਭੋਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਪ੍ਰਭੂ ਦੇ ਗੀਤ ਗਾਣੇ ਨੇ, ਇਹ ਨਹੀਂ ਵੀ ਉਂਝ ਗਾਈ ਜਾਣਾ, ਪ੍ਰਭੂ ਦੇ ਗੀਤ ਗਾਣੇ। ਹੁਣ ਇਹਦੇ ਵਿੱਚ ਵੀ ਮਨ ਆਪਣੀ ਅਰਥ ਕਰ ਲਏਗਾ। ਸਤਿਗੁਰੂ ਕਹਿੰਦੇ ਫਿਰ ਸਮਝਾਇਆ ਨੇ ਅਗਲਾ ਵਚਨ ਹੋਰ, ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਅੰਦਰ ਕਿਹੋ ਜਿਹੇ ਭੈੜੇ ਤੋਂ ਭੈੜੇ ਖਿਆਲ ਅੰਦਰ ਪੈਦਾ ਕਰ ਸਕਦੇ ਨੇ। ਹਰ ਕਿਸੇ ਦਾ ਜਵਾਬ ਦੇ ਕੇ ਸਤਿਗੁਰੂ ਸਾਡਾ ਭਲਾ ਕਰਦੇ ਨੇ। ਗਰੀਬ ਨਵਾਜ ਪਿਤਾ ਜੀ ਕਹਿੰਦੇ ਗਾਵੇਂ ਗੀਤੇ ਗੀਤੇ ਚੀਤ ਅਨੀਤੇ। ਗਾਵੇਂ ਗੀਤੇ ਚੀਤ ਅਨੀਤੇ ਆਸਾ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਸ਼ਬਦ ਹੈ। ਸਾਹਿਬ ਕਹਿੰਦੇ ਗਾਵੇਂ ਗੀਤੇ ਚੀਤ ਅਨੀਤੇ ਰਾਗ ਸੁਨਾਏ ਕਹਾਵੇਂ ਬੀਤੇ ਬਿਨ ਨਾਵੇਂ ਮਨ ਝੂਠ ਅਨੀਤੇ। ਜਰਾ ਇਹਨੂੰ ਸਮਝਣਾ। ਸਾਹਿਬ ਕਹਿੰਦੇ ਤੁਸੀਂ ਗਾਉਣਾ ਤੇ ਵੀ ਵਾਹਿਗੁਰੂ ਦਾ ਗੀਤ ਸਿਮਰਨ ਕਰਨਾ, ਕੀਰਤਨ ਭਾਵ ਗੁਰਬਾਣੀ ਗਾਉਣੀ, ਪਰ ਗਾਉਣੀ ਕਿਵੇਂ ਮੈਂ ਚਿੱਤ ਦੇ ਅੰਦਰ ਸਾਡਾ ਪਿਆਰ ਹੋਵੇ। ਅਨੀਤੇ ਦਾ ਅਰਥ ਜੇ ਕੁਝ ਹੋਰ ਖਿਆਲ ਅੰਦਰ ਚੱਲ ਰਹੇ ਹਨ ਉਹ ਗਾਣਾ ਪ੍ਰਵਾਨ ਨਹੀਂ। ਚਿੱਤ ਵਿੱਚ ਪੂਰਾ ਪਿਆਰ ਹੋਵੇ। ਗਾਵਾਂਗੇ, ਅਰਦਾਸਾਂ ਕਰਾਂਗੇ, ਪਿਆਰ ਨਾਲ ਬੇਨਤੀਆਂ ਕਰਾਂਗੇ, ਤਾਂ ਹੀ ਉਹ ਖਿਆਲਾਂ ਨੇ ਹੌਲੀ ਹੌਲੀ ਮੁੱਕਣਾ ਤੇ ਚਿੱਤ ਵਿੱਚ ਉਹ ਸਾਈਂ ਦੀ ਯਾਦ ਨੇ ਵਸਣਾ ਹੈ। ਜੇ ਅਨੀਤੇ ਅੰਦਰ ਹੋਰ ਕੁਝ ਚੱਲ ਰਿਹਾ, ਬਾਹਰੋਂ ਸ਼ਬਦ ਤੇ ਅੰਦਰੋਂ ਖਿਆਲਾਂ ਦੀ ਲੜੀ ਉਧਰ ਖੁੱਲ੍ਹੀ ਛੱਡੀਏ। ਸਾਹਿਬ ਕਹਿੰਦੇ ਨੇ ਰਾਗ ਸੁਣਾਏ ਕਹਾਵੇਂ ਬੀਤੇ। ਰਾਗ ਸੁਣਾ ਕੇ ਦੂਜਿਆਂ ਨੂੰ ਕਹਾਂਗੇ ਭਈ ਅਸੀਂ ਤੇ ਬਹੁਤ ਬਈ ਕਮਾਲ ਦਾ ਗਾਇਆ, ਬਹੁਤ ਸਾਡੇ ਕੋਲ ਵਿੱਦਿਆ। ਕਹਿੰਦੇ ਅਸੀਂ ਉਸ ਗਾਉਣ ਦੀ ਗੱਲ ਨਹੀਂ ਕਰਦੇ, ਪਰ ਤੁਹਾਨੂੰ ਰਾਗ ਬੜੇ ਆਉਂਦੇ ਖਾਣ, ਤੁਹਾਡੀ ਆਵਾਜ਼ ਬੜੀ ਸੋਹਣੀ ਹੋਵੇ, ਲੋਕ ਤੁਹਾਨੂੰ ਸੁਣ ਕੇ ਆਸ਼ੀਸ਼ ਕਰ ਉੱਠਣ। ਕਹਿੰਦੇ ਸੀ ਵੇਖਣਾ ਤੂੰ ਇਕੱਲੇ ਸਾਡੇ ਨਾਲ ਆ, ਜਦੋਂ ਗਾਉਣਾ ਹੈ ਤੇ ਅਸੀਂ ਤੇਰੀ ਸੁਰਤੀ 'ਚ ਹੋਣੇ ਚਾਹੀਦੇ ਹਾਂ।
ਹੋਰ ਕੁਝ ਨਹੀਂ। ਬਿਨ ਨਾਵੇਂ ਮਨ ਝੂਠ ਅਨੀਤੀ। ਜੇ ਅੰਦਰ ਨਾਮ ਮਹਿਸੂਸ ਨਹੀਂ ਹੋ ਰਿਹਾ, ਗੁਰਬਾਣੀ ਨੂੰ ਮਹਿਸੂਸ ਨਹੀਂ ਕਰ ਰਹੇ, ਤੇ ਸਾਹਿਬ ਕਹਿੰਦੇ ਝੂਠਾ ਏ, ਝੂਠੇ ਖਿਆਲ ਅੰਦਰ ਚੱਲ ਰਹੇ ਨੇ। ਇਹ ਗਾਣਾ ਪ੍ਰਵਾਨ ਨਹੀਂ ਹੈ। ਗਾਉਣਾ ਤੇ ਉਹ ਪ੍ਰਵਾਨ ਏ ਜੇਕਰ ਅੰਦਰ ਨਾਮ ਹੋਵੇ, ਉਹਦੇ ਲਈ ਪਿਆਰ ਹੋਵੇ, ਉਹਦੇ ਵਾਸਤੇ ਗੁਰੂ ਕੇ ਪਿਆਰਿਓ ਅੰਦਰ ਅਰਦਾਸ ਤੇ ਇੱਕ ਤਰਲਾ ਹੋਵੇ ਜਦੋਂ ਕੋਈ ਗਾਵੇ। ਤੇ ਜੇ ਇਹ ਨਹੀਂ ਤੇ ਸਾਹਿਬ ਨਾ ਬੜੀ ਮਿੱਠੀ ਜਿਹੀ ਝਿੜਕ ਮਾਰਦੇ ਨੇ, ਕਹਿੰਦੇ ਮੂਰਖ ਹੋਏ ਨਾ ਆਖੀ ਸੂਝੈ, ਜੀਵਾ ਰਸ ਨਹੀਂ ਕਹਿਆ ਬੂਝੈ। ਕਹਿੰਦੇ ਮੂਰਖ ਨਾ ਹੋਵੇ ਤੇ ਅਸੀਂ ਕੁਝ ਹੋਰ ਕਹਿ ਰਹੇ ਹਾਂ, ਇਹਨੇ ਕੁਝ ਹੋਰ ਹੀ ਬਣਾ ਲਿਆ ਏ। ਭਈ ਇਕੱਲਾ ਕੀਰਤੀ ਕਰਾਂਗੇ, ਭਾਵੇਂ ਅੰਦਰ ਟਿਕੇ ਨਾ ਟਿਕੇ, ਤੇ ਮਹਾਰਾਜ ਜੀ ਭੇੜੇ ਪਾਰ ਕਰ ਦੇਣਗੇ। ਸਾਹਿਬ ਕਹਿੰਦੇ ਨਹੀਂ, ਤਾਂ ਹੀ ਤਾਂ ਤੇਰੇ ਕੋਲੋਂ ਰਸ ਨਹੀਂ, ਅਸੀਂ ਕੁਝ ਹੋਰ ਗੱਲ ਕਰਦੇ ਹਾਂ, ਤੂੰ ਕੁਝ ਹੋਰ ਗੱਲ ਸਮਝ ਲੈਂਦਾ, ਇਸ ਤਰ੍ਹਾਂ ਨਹੀਂ। ਤੋ ਕਹਿਣ ਤੋਂ ਮੁਰਾਦ ਸਤਿਗੁਰੂ ਜੀ ਹਰ ਚੀਜ਼ ਨੂੰ ਗੁਰੂ ਕੇ ਪਿਆਰਿਓ ਸਮਝਾਉਂਦੇ ਨੇ ਬੜੇ ਪਿਆਰਾਂ ਦੇ ਨਾਲ। ਭਈ ਮਾਇਆ ਨੂੰ ਜੇ ਤੁਸੀਂ ਬਾਹਰ ਰਹੋਗੇ, ਮਾਇਆ ਨੇ ਕਿਸੇ ਵਕਤ ਵੀ ਤੁਹਾਨੂੰ ਤੋੜ ਦੇਣਾ ਹੈ। ਇਹ ਨਹੀਂ ਵੀ ਇੱਕ ਵਾਰ ਸ਼ਬਦ ਨਾਲ ਜੁੜ ਗਏ ਤੇ ਮੁੜ ਕੇ ਅਸੀਂ ਅਵੇਸਲੇ ਹੋਣਾ, ਨਹੀਂ। ਇਹ ਜਦੋਂ ਹੀ ਬਾਹਰ ਥੋੜ੍ਹਾ ਜਿਹਾ ਵੀ ਅਸੀਂ ਬਾਹਰ ਮੁਖੀ ਹੋਏ, ਉਦੋਂ ਹੀ ਇਸ ਮਾਇਆ ਨੇ ਪਕੜ ਲੈਣਾ। ਇੱਕ ਨਿੱਕਾ ਜਿਹਾ ਬਚਨ ਤੁਹਾਡੇ ਨਾਲ ਸਾਂਝਾ ਕਰਕੇ ਸਮਾਪਤੀ ਵੱਲ ਆਵਾਂਗਾ। ਧੰਨ ਗੁਰੂ ਨਾ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਕਰਾਈ, ਗੋਇੰਦਵਾਲ ਸਾਹਿਬ ਨਗਰ ਦੀ ਵਸੋਂ ਕਰਾਉਣੀ ਸ਼ੁਰੂ ਕੀਤੀ। ਬਹੁਤ ਸਾਰੀ ਲੱਕੜ ਚਾਹੀਦੀ ਸੀ। ਵੱਖ ਵੱਖ ਇਲਾਕਿਆਂ 'ਚ ਗੁਰੂ ਕੇ ਸਿੱਖ ਗਏ, ਨਾਲੇ ਸੰਗਤਾਂ ਨੂੰ ਮਹਾਰਾਜ ਜੀ ਨਾਲ ਜੋੜਦੇ ਕਰਨ, ਨਾਲੇ ਉਹਨਾਂ ਦੇ ਪੁੰਨ ਬਣਾਉਣ ਲਈ ਸੇਵਾ ਕਰਵਾਉਂਦੇ ਨੇ। ਭਾਈ ਸਾਵਨ ਮੱਲ ਜੀ, ਬੜੀ ਉਹਨਾਂ 'ਤੇ ਕਿਰਪਾ ਸੀ। ਉਹਨਾਂ ਦੀ ਡਿਊਟੀ ਹਿਮਾਚਲ ਵੱਲ ਆਈ। ਜਾਓ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਤੋਰਿਆ, ਮਾਤਾ ਕਹਿਣ ਲੱਗੀ ਸੁਣਿਆ ਉੱਧਰ ਲੋਕੀ ਭੂਤ ਪ੍ਰੇਤ ਬਹੁਤ ਇਹੋ ਜਿਹੇ ਕਿਸੇ ਨੂੰ ਦੁੱਖ ਦੇਣ ਵਾਲੇ ਕੰਮ ਕਰਦੇ ਨੇ, ਮੇਰਾ ਪੁੱਤਰ ਕਿਸੇ ਦੇ ਕਾਬੂ ਨਾ ਆ ਜਾਵੇ। ਕਹਿਣ ਲੱਗੇ ਜਿਹਦੇ ਕੋਲ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਉੱਥੇ ਕਿਸੇ ਵੀ ਚੀਜ਼ ਦਾ ਆ ਕੇ ਜ਼ੋਰ ਨਹੀਂ ਪੈ ਸਕਦਾ, ਭਲਾ ਹੀ ਹੋਵੇਗਾ। ਮਹਾਰਾਜ ਜੀ ਭਾਈ ਸਾਵਨ ਮੱਲ ਕਹਿੰਦੇ ਅਸੀਂ ਚੱਲੇ ਹਾਂ, ਸੰਗਤ ਨੂੰ ਕਿਵੇਂ ਪ੍ਰੇਰਨਾ ਕਰਾਂਗੇ। ਕਹਿਣ ਲੱਗੇ ਤੁਹਾਡੇ ਕੋਲ ਉਹ ਗੁਰੂ ਕਾ ਸ਼ਬਦ ਹੈ ਜਿਹਦਾ ਸ਼ਬਦ ਜਿਹਦੇ ਕੋਲ ਹੋਵੇ ਸਾਰਾ ਸੰਸਾਰ ਹੀ ਉਹਦਾ ਕਹਿਆ ਮੰਨਦਾ, ਉਹਦੇ ਬਚਨਾਂ 'ਚ ਉਹਨੂੰ ਠੰਡ ਪੈਂਦੀ, ਭਰਮ ਨਾ ਕਰੋ। ਫਿਰ ਵੀ ਸਤਿਗੁਰੂ ਨੇ ਇੱਕ ਰੁਮਾਲ ਦਿੱਤਾ, ਗਏ। ਬਹੁਤ ਸੰਗਤ ਜੁੜੀ, ਜਿੱਧਰ ਜਾਣਾ ਉੱਧਰ ਹੀ ਮਹਾਰਾਜ ਜੀ ਦੀਆਂ ਨਾਮ ਦੀਆਂ ਧੁਨਾਂ ਲਾਪਣੀਆਂ। ਆਪ ਪੁੱਛਣਾ ਵੀ ਅਸੀਂ ਕੋਈ ਸੇਵਾ ਕਰਨੀ ਤਾਂ ਉਹਨਾਂ ਸੇਵਾ ਗੋਇੰਦਵਾਲ ਸਾਹਿਬ ਭੇਜਣੀ। ਬਹੁਤ ਸੰਗਤ ਨੇ ਸਤਿਕਾਰ ਕੀਤਾ, ਸੇਵਾ ਵੀ ਭੇਜੀ, ਪਰ ਮਾਇਆ ਪੈਣੀ ਸ਼ੁਰੂ ਹੋ ਗਈ। ਜਦੋਂ ਸੇਵਾ ਆ ਗਈ, ਸਤਿਗੁਰੂ ਜੀ ਨੇ ਸਿਣਿਆਂ ਕੱਲਿਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਜਾਓ ਬੁਲਾ ਕੇ ਲਿਆਓ ਉਹਨਾਂ ਨੂੰ, ਉਹਨਾਂ ਨੂੰ ਕਹੋ ਵੀ ਸੇਵਾ ਜਿੰਨੀ ਚਾਹੀਦੀ ਸੀ ਪੂਰੀ ਹੋ ਗਈ, ਹੁਣ ਵਾਪਸ ਆ ਜਾਓ। ਜਦੋਂ ਸਿਣਿਆ ਗਿਆ ਤਾਂ ਹੁਣ ਸਾਵਨ ਮੱਲ ਉਹਨਾਂ ਦਾ ਅੰਦਰ ਨਹੀਂ ਚਾਹ ਰਿਹਾ। ਕਿਉਂ ਨਹੀਂ ਚਾਹ ਰਿਹਾ? ਕਹਿੰਦਾ ਇੱਥੇ ਇੰਨੀਆਂ ਸੰਗਤਾਂ ਇੱਜ਼ਤ ਮਾਣ ਕਰਦੀਆਂ ਨੇ, ਉੱਚੀਆਂ ਜਗ੍ਹਾ 'ਤੇ ਬਿਠਾਉਂਦੀਆਂ ਨੇ, ਵੱਖਰੇ ਵੱਖਰੇ ਭੋਜਨ ਛਕਣ ਲਈ ਆਉਂਦੇ ਨੇ, ਮਾਇਆ ਦੇ ਢੇਰ ਲੱਗੇ ਰਹਿੰਦੇ। ਭਾਵੇਂ ਮੈਂ ਆਪਣੇ ਲਈ ਨਹੀਂ ਵਰਤਣੀ, ਭੇਜਣੀ ਹੈ, ਪਰ ਜਦੋਂ ਮੈਂ ਗੋਇੰਦਵਾਲ ਸਾਹਿਬ ਚਲਾ ਗਿਆ ਫਿਰ ਥੋੜ੍ਹਾ ਮੈਨੂੰ ਕਿਸੇ ਪੁੱਛਣਾ, ਫਿਰ ਤਾਂ ਜਿਵੇਂ ਬਾਕੀ ਸੇਵਾ ਕਰਦੇ ਮੈਂ ਕਰਾਂਗਾ, ਉਹ ਮੈਂ ਇਹਨੇ ਪਕੜ ਲਿਆ। ਮਾਇਆ ਦੇ ਕਈ ਰੂਪ ਨੇ, ਤੇ ਨਹੀਂ ਨਾ ਵੀ ਕੇਵਲ ਪੈਸਾ ਹੀ ਹੈ। ਉਹ ਜਿਹੜਾ ਇੱਜ਼ਤ ਮਾਣ ਵਡਿਆਈ ਸੀ, ਅਹੰਕਾਰ ਬਣ ਗਿਆ। ਤਾਂ ਹੀ ਮੇਰੇ ਸਤਿਗੁਰੂ ਜੀ ਹੁਕਮ ਕਰਦੇ ਨੇ ਨਾ, ਸਾਹਿਬ ਕਹਿੰਦੇ ਕਬੀਰ ਮਾਇਆ ਤਜੀ ਤੋ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮਨ ਵਰਗਲੇ, ਮਾਨ ਸਭੈ ਕੋ ਖਾਏ। ਮਾਇਆ ਬੜੇ ਰੂਪ ਬਣਾ ਕੇ ਫਸਾਉਂਦੀ ਹੈ ਪਿਆਰਿਓ। ਇਹੀ ਕਾਰਨ ਮਾਇਆ ਨੇ ਪਕੜ ਲਿਆ, ਆਉਣ ਨਾ ਦਿੱਤਾ। 2 ਵਾਰੀ ਸਿਣਿਆਂ ਕੱਲਿਆ ਨਹੀਂ ਆਏ। ਤੀਜੀ ਵਾਰੀ ਹੰਕਾਰ ਬੋਲਿਆ, ਕਹਿਣ ਲੱਗੀ ਸਤਿਗੁਰੂ ਕਿਉਂ ਬੁਲਾਉਂਦੇ ਨੇ, ਮੈਨੂੰ ਕੀ ਦਿੱਤਾ ਜਿਹੜਾ ਮੇਰੇ ਕੋਲੋਂ ਥੋੜ੍ਹਿਆ ਏ? ਆਹ ਰੁਮਾਲ ਦਿੱਤਾ ਸਾਨੇ, ਜਾ ਵਾਪਸ ਦੇ ਦਿਓ। ਜਦੋਂ ਰੁਮਾਲ ਕੀਤਾ, ਉਹਨੂੰ ਪਤਾ ਨਹੀਂ ਸੀ ਇਹ ਬਰਕਤਾਂ ਗੁਰੂ ਕੇ ਬਚਨ ਵਿੱਚ ਹੀ ਨੇ। ਆਹ ਮਾਣ ਸਤਿਕਾਰ ਜੋ ਕੁਝ ਬਾਹਰੋਂ ਮਿਲਦਾ ਹੈ ਨਾ, ਇਹ ਸਾਡੇ ਬੋਲਾਂ ਕਰਕੇ ਨਹੀਂ, ਸਤਿਗੁਰੂ ਜੀ ਕਰਕੇ ਹੈ। ਭੁੱਲ ਗਿਆ ਸੀ,
ਭੁਲਾ ਦਿੱਤਾ ਹੈ ਸਾਰਾ ਕੁਝ। ਰੁਮਾਲ ਵਾਪਸ ਆਇਆ, ਨਾਲੇ ਬਰਕਤਾਂ ਵੀ ਵਾਪਸ ਹੀ ਆ ਗਈਆਂ। ਜਦੋਂ ਬਰਕਤਾਂ ਵਾਪਸ ਆਈਆਂ ਨਾ ਤਾਂ ਪਤਾ ਲੱਗਾ ਖਾਲੀ ਏ। ਉਹੀ 4 ਚੁਫੇਰੇ ਦੇ ਇਲਾਕੇ ਨੇ, ਕਿਸੇ ਨੂੰ ਪਤਾ ਵੀ ਨਹੀਂ, ਬਾਹਰੋਂ ਦੱਸਿਆ ਨਹੀਂ। ਆਪਣੇ ਆਪ ਹੀ ਸਾਰੀ ਕਾਦਰ ਦੀ ਕੁਦਰਤ ਉਲਟ ਖਾਣੀ ਸ਼ੁਰੂ ਹੋ ਗਏ। ਪਿੱਛੇ ਹਟ ਗਏ, ਇੱਧਰ ਉੱਧਰ ਕੱਲਾ ਰਹਿ ਗਿਆ। ਨਾ ਕੋਈ ਅੰਦਰ ਰਾਹ ਸੀ, ਨਾ ਕੋਈ ਬਾਹਰੋਂ ਪੁੱਛਦਾ ਏ। ਫਿਰ ਖੁੱਲੀਆਂ ਅੱਖਾਂ ਤੇ ਆ ਕੇ ਮਾਫੀ ਮੰਗੀ, ਸੇਵਾ ਕੀਤੀ। ਕਿੰਨੇ ਚਿਰ ਬਾਅਦ ਫਿਰ ਸਤਿਗੁਰੂ ਜੀ ਨੇ ਬਰਕਤਾਂ ਦੇ ਕੇ ਉਸ ਇਲਾਕੇ ਵਿੱਚ ਪ੍ਰਚਾਰ ਲਈ ਭੇਜਿਆ ਸੀ। ਕਹਿਣ ਲੱਗੇ ਹੁਣ ਇਹ ਮਾਇਆ ਨਹੀਂ ਪਕੜੇਗੀ ਤੈਨੂੰ। ਇਹਦਾ ਮਤਲਬ ਇਹ ਹੋਇਆ ਅਸੀਂ ਕਦੇ ਵੀ ਇਸ ਰਾਹ 'ਤੇ ਤੁਰੀਏ ਵੀ, ਭਜਨ ਸਿਮਰਨ ਵੀ ਖੋਵੇ, ਸ਼ਬਦ ਵੀ ਖੋਵੇ ਕੋਲ, ਬਰਕਤਾਂ ਵੀ ਖੋਣ, ਕਦੇ ਇਹ ਨਾ ਅੰਦਰ ਖਿਆਲ ਆ ਜਾਵੇ ਭਈ ਆਪਣੀ ਤੇ ਗੱਲ ਬਣ ਗਈ। ਬਸ ਜਦੋਂ ਕਿਸੇ ਨੇ ਕਹਿ ਦਿੱਤਾ ਸਮਝੋ ਇਹ ਮਾਇਆ ਦੇ ਬੋਲ ਨੇ, ਫਸਾਣ ਤੇ ਢੰਗ ਨੇ। ਇੱਥੇ ਤਾਂ ਸਦਾ ਹੀ ਸਤਿਗੁਰੂ ਜੀ ਵੱਲ ਧਿਆਨ, ਉਹਦਾ ਸ਼ੁਕਰਾਨਾ, ਉਹਦੀਆਂ ਦਾਤਾਂ ਦਾਤਾ। ਨਿਤਨੇਵੇਂ ਤੇ ਤੁਹਾਡੀ ਕਿਰਪਾ ਨਾਲ, ਸਿਮਰਨ ਕਰਵਾ ਰਹੇ ਹੋ ਤੇ ਤੁਹਾਡੀ ਮਿਹਰ ਨਾਲ, ਰੋਜੀ ਰੋਟੀ ਮਿਲਦੀ ਏ ਤੇ ਤੁਹਾਡੀ ਕਿਰਪਾ ਨਾਲ, ਇੱਜ਼ਤ ਮਾਣ ਏ ਤੇ ਤੁਹਾਡੀ, ਤੁਸੀਂ ਜਦੋਂ ਚਾਹੋ ਇਹ ਖਿੱਚ ਸਕਦੇ ਹੋ। ਸਾਡੀ ਹਾਲਤ ਤਾਂ ਇਹ ਹੈ ਨਹੀਂ, ਇੰਨੇ ਜੋਗੇ ਨਹੀਂ, ਇਹ ਤਾਂ ਤੁਹਾਡੀਆਂ ਮਿਹਰਾਂ ਨੇ। ਅੰਦਰੋਂ ਨਿਕਲੇਗਾ ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਹੀਂ, ਆਪੇ ਤਰਸ ਪਇਓਏ। ਇਹ ਉਹਦਾ ਤਰਸ ਸਮਝਿਆ ਜਾਵੇ ਤਾਂ ਇਹਦੀ ਮਾਰ ਤੋਂ ਬਚਾਂਗੇ, ਨਹੀਂ ਤਾਂ ਇਹ ਕੋਈ ਨਾ ਕੋਈ ਨਵਾਂ ਰੂਪ ਬਣਾਉਂਦੀ ਹੈ। ਹਰ ਰੋਜ਼ ਇਹ ਘੇਰੇ 'ਚ ਲੈ ਸਕਦੀ ਏ। ਅੰਤਲੇ ਸਵਾਸ ਤੱਕ ਹੱਥ ਜੁੜੇ ਰਹਿਣ, ਸਤਿਗੁਰੂ ਜੀ ਦੇ ਚਰਨਾਂ 'ਚ ਸਿਰ ਝੁਕਿਆ ਰਵੇ, ਗੁਰੂ ਕੀ ਸੰਗਤ ਦੇ ਸਾਹਮਣੇ ਝੁਕੇ ਰਹੀਏ। ਸਭਨਾਂ ਨੂੰ ਆਪਣੇ ਨਾਲੋਂ ਉੱਚੇ ਸਮਝੀਏ, ਆਪ ਨੀਵੇਂ ਹੋ ਕੇ ਰਵਾਂਗੇ। ਗੁਰੂ ਸ਼ਬਦ ਕੋਲ ਹੋਵੇ ਫਿਰ ਸਤਿਗੁਰੂ ਹੱਥ ਦੇ ਕੇ ਬਚਾਉਂਦੇ ਖਾਨ। ਸਾਹਿਬ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਖਾਟੇ। ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ ਜੀ, ਸਾਨੂੰ ਅੰਦਰ ਜੋੜ ਕੇ ਰੱਖਣ ਸ਼ਬਦ ਨਾਲ, ਉੱਥੇ ਹੀ ਅਸੀਂ ਆਜ਼ਾਦ ਹੋਵਾਂਗੇ। ਜੇਕਰ ਬਾਹਰਲੀ ਚੀਜ਼ ਨੂੰ ਹੱਥ ਪਾਇਆ, ਹਰ ਚੀਜ਼ ਨੇ ਬੰਧਨ ਬਣਨਾ, ਅੱਗ ਬਣਨਾ ਤੇ ਕਈ ਜਨਮਾਂ ਦੀ ਕਹਾਣੀ ਛੇੜਨੀ ਹੈ। ਮਹਾਰਾਜ ਉਧਰੋਂ ਬਚਾ ਕੇ ਰੱਖਣ। ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।